ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਹਰ ਪੰਜਾਬੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਮੁੱਦਾ ਹੈ ਡੀਏਪੀ ਖਾਦ ਅਤੇ ਇਸ ਦੇ ਸਿਹਤ 'ਤੇ ਪ੍ਰਭਾਵ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇਸ਼ ਦਾ ਅੰਨ ਭੰਡਾਰ ਬਣਿਆ, ਪਰ ਇਸ ਸਫਲਤਾ ਨੇ ਨਾਲ ਹੀ ਰਸਾਇਣਕ ਖਾਦਾਂ 'ਤੇ ਨਿਰਭਰਤਾ ਵੀ ਵਧਾ ਦਿੱਤੀ। ਜੇਕਰ ਡੀਏਪੀ ਖਾਦ ਦੀ ਵਰਤੋਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸਾਲ 1960 ਤੋਂ 1970 ਦੇ ਦਹਾਕੇ ਦੌਰਾਨ ਕਣਕ ਦੀ ਬਿਜਾਈ ਦੌਰਾਨ ਪ੍ਰਤੀ ਏਕੜ 2 ਕਿਲੋ ਡੀਏਪੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ 1980 ਤੋਂ 90 ਦੇ ਦਹਾਕੇ ਦੌਰਾਨ 2 ਕਿਲੋ ਪ੍ਰਤੀ ਏਕੜ ਵਾਲੀ ਮਿਕਦਾਰ ਵੱਧ ਕੇ 25 ਕਿਲੋ ਪ੍ਰਤੀ ਏਕੜ ਹੋ ਗਈ। ਡੀਏਪੀ ਖਾਦ ਦੀ ਵਰਤੋਂ ਪਿਛਲੇ ਸਾਲਾਂ ਵਿੱਚ ਤਾਂ ਇੰਨੀ ਵੱਧ ਗਈ ਕਿ ਇਸ ਵੇਲੇ 80 ਕਿਲੋ ਤੋਂ ਲੈ ਕੇ 1 ਕੁਇੰਟਲ ਤੱਕ ਪ੍ਰਤੀ ਏਕੜ ਤੱਕ ਡੀਏਪੀ ਖਾਦ ਪਾਈ ਜਾਣ ਲੱਗੀ ਹੈ। ਇੰਨੀ ਜ਼ਿਆਦਾ ਮਾਤਰਾ ਵਿੱਚ ਡੀਏਪੀ ਖਾਦ ਦੀ ਵਰਤੋਂ ਸਾਡੀ ਸਿਹਤ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਕੁਝ ਸਮੇਂ ਵਿੱਚ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ਵਿੱਚ ਹੋਏ ਲਗਾਤਾਰ ਵਾਧੇ ਵਿੱਚ ਡੀਏਪੀ ਖਾਦ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜਦੋਂ ਕਣਕ ਦੀ ਬਿਜਾਈ ਮੌਕੇ ਅੰਨ੍ਹੇਵਾਹ ਡੀਏਪੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਖਾਦ ਦਾ ਇਹੀ ਅਸਰ ਕਣਕ ਪੱਕਣ 'ਤੇ ਦਾਣਿਆਂ ਵਿੱਚ ਆਉਂਦਾ ਹੈ ਅਤੇ ਅਸੀਂ ਰੋਜ਼ਾਨਾ ਜੋ ਆਟੇ ਦੀ ਰੋਟੀ ਖਾਂਦੇ ਹਾਂ ਤਾਂ ਉਸ ਵਿੱਚ ਵੀ ਡੀਏਪੀ ਦਾ ਪੂਰਾ ਅਸਰ ਹੁੰਦਾ ਹੈ। ਡੀਏਪੀ ਇੱਕ ਅਜਿਹੀ ਖਾਦ ਹੈ ਜਿਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ। ਮੈਡੀਕਲ ਖੋਜਾਂ ਮੁਤਾਬਕ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਦੇ ਅੰਸ਼ ਸਾਡੇ ਭੋਜਨ ਵਿੱਚ ਸ਼ਾਮਲ ਹੋ ਰਹੇ ਨੇ। ਇਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਮੈਡੀਕਲ ਖੋਜ ਮੁਤਾਬਕ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਹੀ ਕੈਂਸਰ ਦੇ ਮਾਮਲਿਆਂ ਵਿੱਚ 15% ਵਾਧਾ ਹੋਇਆ ਹੈ। ਇਸੇ ਤਰ੍ਹਾਂ ਗੁਰਦੇ ਦੀਆਂ ਬਿਮਾਰੀਆਂ 'ਚ 12% ਵਾਧਾ ਹੋਇਆ ਹੈ ਅਤੇ ਚਮੜੀ ਦੀ ਐਲਰਜੀ ਦੀਆਂ ਬਿਮਾਰੀਆਂ 'ਚ 20% ਵਾਧੇ ਦਾ ਕਾਰਨ ਵੀ ਰਸਾਇਣਕ ਖਾਦਾਂ ਹੀ ਨੇ। ਅੱਜ ਕੱਲ੍ਹ ਪੜ੍ਹੇ ਲਿਖੇ ਕਿਸਾਨ ਵੀ ਭਾਵੇਂ ਇਹਨਾਂ ਤੱਥਾਂ ਨੂੰ ਸਮਝਣ ਲੱਗ ਪਏ ਨੇ, ਪਰ ਫਿਰ ਵੀ ਬਹੁ ਗਿਣਤੀ ਕਿਸਾਨ ਪਿਛਲੇ ਸਾਲਾਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਧੜੱਲੇ ਨਾਲ ਕਰ ਰਹੇ ਨੇ। ਲਗਾਤਾਰ ਹੋ ਰਹੀਆਂ ਖੋਜਾਂ ਪਿੱਛੋਂ ਹੁਣ ਖੇਤੀਬਾੜੀ ਮਾਹਿਰਾਂ ਵੱਲੋਂ ਵੀ ਇਹ ਤੱਥ ਸਾਹਮਣੇ ਲਿਆਂਦੇ ਜਾ ਰਹੇ ਨੇ ਕਿ ਸਾਨੂੰ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਇਸ ਨਾਲ ਕੇਵਲ ਮਨੁੱਖੀ ਸਿਹਤ ਉੱਪਰ ਹੀ ਮਾੜਾ ਅਸਰ ਨਹੀਂ ਪੈਂਦਾ, ਸਗੋਂ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਡੀਏਪੀ ਖਾਦ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨ ਵਿੱਚ ਜ਼ਰੂਰੀ ਤੱਤਾਂ ਦੀ ਕਮੀ ਆ ਜਾਂਦੀ ਹੈ ਅਤੇ ਜ਼ਮੀਨ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਨਾਲ ਕੁਦਰਤੀ ਕੀੜੇ ਮਕੌੜਿਆਂ ਦਾ ਵੀ ਖਾਤਮਾ ਹੁੰਦਾ ਹੈ। ਰਸਾਇਣਕ ਖਾਦਾਂ ਦੀ ਵਰਤੋਂ ਬਾਰੇ ਕੀਤੀ ਗਈ ਖੋਜ ਮੁਤਾਬਕ ਡੀਏਪੀ ਦੀ ਥਾਂ ਹੋਰ ਵੀ ਕਈ ਖਾਦਾਂ ਮਾਰਕੀਟ ਵਿੱਚ ਆ ਚੁੱਕੀਆਂ ਨੇ ਜਿਨ੍ਹਾਂ ਦੀ ਘੱਟ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਡੀਏਪੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਡੀਏਪੀ ਦੇ ਹੋਰ ਬਦਲਵੇਂ ਪ੍ਰਬੰਧਾਂ ਬਾਰੇ ਖੇਤੀ ਮਾਹਿਰ ਡਾਕਟਰ ਗੋਬਿੰਦਰ ਸਿੰਘ ਨੇ ਦੱਸਿਆ। ਮੈਂ ਗੋਬਿੰਦਰ ਸਿੰਘ ਬਤੌਰ ਸੋਇਲ ਕੈਮਿਸਟ ਡਿਪਾਰਟਮੈਂਟ ਆਫ ਸੋਇਲ ਸਾਇੰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾਵਾਂ ਨਿਭਾ ਰਿਹਾ। ਸੋ ਕਿਸਾਨ ਵੀਰੋ, ਜਿਹੜੀ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਵਾ ਗੱਲਬਾਤ ਦਾ, ਉਹ ਇਹ ਹੈਗਾ ਕਿ ਕਣਕ ਦੀ ਬਿਜਾਈ ਦੇ ਵਿੱਚ ਡੀਏਪੀ ਦੇ ਬਦਲਵੇਂ ਸਰੋਤ ਸਾਡੇ ਕੋਲ ਕੀ ਹੈ। ਜਿਸ ਤਰ੍ਹਾਂ ਕਿ ਸਾਡੇ ਕੋਲ ਪਿੱਛੋਂ ਕੁਝ ਸਮੇਂ ਆ ਰਹੇ ਨੇ ਕਿ ਕਿਸਾਨ ਵੀਰ ਥੋੜ੍ਹੇ ਚਿੰਤਤ ਹੈ, ਥੋੜ੍ਹੀ ਜਿਹੀ ਉਹਨਾਂ ਨੂੰ ਚਿੰਤਾ ਕਿ ਡੀਏਪੀ ਦੀ ਜਿਹੜੀ ਸਾਨੂੰ ਨਹੀਂ ਮਿਲ ਰਹੀ। ਸੋ ਚਿੰਤਾ ਵਾਲੀ ਕਿਸਾਨ ਵੀਰੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਕੋਈ ਗੱਲ ਨਹੀਂ, ਸਾਡੇ ਕੋਲ ਡੀਏਪੀ ਦੇ ਹੋਰ ਵੀ ਬਹੁਤ ਸਰੋਤ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਕਿ ਡੀਏਪੀ ਆਪਾਂ ਖਾਦ ਆਪਣੀ ਜਿਹੜੀ ਕਿ ਆਉਣ ਵਾਲੀ ਫਸਲ ਹੈ, ਜਿਹੜੀ ਕਿ ਕਣਕ ਹੈ ਹਾੜੀ ਦੀ, ਉਹਨੂੰ ਕਿਉਂ ਪਾਉਂਦੇ ਆ। ਇਹ ਡੀਏਪੀ ਖਾਦ ਦੇ ਵਿੱਚ ਮੁੱਖ ਤੌਰ 'ਤੇ ਦੋ ਜਿਹੜੇ ਹੈ ਸਾਡੇ ਕੋਲ ਤੱਤ ਹੁੰਦੇ ਆ, ਨਾਈਟ੍ਰੋਜਨ ਅਤੇ ਫਾਸਫੋਰਸ। ਡੀਏਪੀ ਖਾਦ ਦੇ ਵਿੱਚ 46% ਜਿਹੜਾ ਫਾਸਫੋਰਸ ਤੱਤ ਹੁੰਦਾ ਵਾ। ਇਸ ਕਰਕੇ ਜਿਹੜੇ ਕਿਸਾਨ ਵੀਰ ਹੈ ਇਹਨੂੰ ਪਾਉਂਦੇ ਆ, ਔਰ ਜਦੋਂ ਅਸੀਂ ਬਿਜਾਈ ਕਰਦੇ ਹਾਂ ਅਤੇ ਨਾਲ ਦੀ ਨਾਲ ਹੀ ਇਹ ਨਾਈਟ੍ਰੋਜਨ ਤੱਤ ਦਿੰਦੀ ਹੈ, ਜਿਸ ਦੇ ਨਾਲ ਕਿ ਸਾਨੂੰ ਪਹਿਲੇ ਪਾਣੀ ਤੱਕ ਜਿਹੜੀ ਕਣਕ ਦੇ ਵਿੱਚ ਯੂਰੀਆ ਖਾਦ ਦੀ ਜ਼ਰੂਰਤ ਨਹੀਂ ਪੈਂਦੀ। ਸੋ ਇਸ ਕਰਕੇ ਕਿਸਾਨਾਂ ਦੀ ਜਿਹੜੀ ਫਾਸਫੋਰਸ ਵਾਲੀ ਖਾਦ ਹੈ ਡੀਏਪੀ ਪਹਿਲੇ ਨੰਬਰ 'ਤੇ ਸੀਗੀ। ਲੇਕਿਨ ਹੋਰ ਵੀ ਖਾਦਾਂ ਹੈਗੀਆਂ ਜਿਹੜੇ ਕਿ ਆਪਾਂ ਡੀਏਪੀ ਦੇ ਵਿਕਲਪ ਦੇ ਤੌਰ 'ਤੇ ਵਰਤ ਸਕਦੇ ਹਾਂ। ਉਹਨਾਂ ਦੇ ਵਿੱਚ ਮੁੱਖ ਤੌਰ 'ਤੇ ਜਿਹੜੀਆਂ ਮਾਰਕੀਟ ਦੇ ਵਿੱਚ ਖਾਦਾਂ ਜਿਹੜੀਆਂ ਅਵੇਲੇਬਲ ਹੈਗੀਆਂ ਵਾ, ਉਹ ਹੈਗੀਆਂ ਵਾ NPK 12-32-16। ਜਿਸ ਤਰ੍ਹਾਂ ਕਿ ਇਸ ਖਾਦ ਦਾ ਨਾਂ ਹੀ ਦੱਸਦਾ ਵਾ ਕਿ ਇਹਦੇ ਵਿੱਚ 12% ਨਾਈਟ੍ਰੋਜਨ ਹੈ, 32% ਫਾਸਫੋਰਸ ਹੈ ਔਰ 16% ਜਿਹੜੀ ਹੈ ਪੋਟਾਸ਼ ਹੈ। ਜੇ ਅਸੀਂ ਇੱਕ ਬੈਗ ਡੀਏਪੀ ਦੇ ਬਦਲੇ 1.5 ਬੈਗ NPK 12-32-16 ਦਾ ਪਾ ਦਿੰਦੇ ਹਾਂ ਅਤੇ ਸਾਨੂੰ ਫਾਸਫੋਰਸ ਤੱਤ ਦੀ ਜਿਹੜੀ ਪੂਰਤੀ ਜਿਹੜੀ ਕਣਕ 'ਚ ਉਹ ਕਰ ਦਿੰਦੀ ਹੈ, ਔਰ ਨਾਲ ਦੀ ਨਾਲ ਹੀ ਇਹ ਸਾਨੂੰ ਪੋਟਾਸ਼ ਤੱਤ ਵੀ ਦੇ ਦਿੰਦੀ ਹੈ, ਜਿਹੜਾ ਕਿ ਇਹਦਾ ਬੈਨੀਫਿਟ ਹੈ। ਇਸ ਤੋਂ ਇਲਾਵਾ ਜਿਹੜੀ ਦੂਜੀ ਖਾਦ ਹੈ
ਜਿਹੜਾ ਸਾਡੇ ਕੋਲ ਵਿਕਲਪ ਹੈਗਾ ਵਾ ਉਹ ਉਹੀ ਜਿਹੜੀ ਕਿਸਾਨ ਵੀਰਾਂ ਦੀ ਪੁਰਾਣੀ ਖਾਦ ਹੈ ਸਿੰਗਲ ਸੁਪਰ ਫਾਸਫੇਟ ਹੈ, ਜਿਹੜੀ ਕਿ ਪਹਿਲਾਂ ਕਿਸਾਨ ਵੀਰ ਬਹੁਤ ਵਰਤਦੇ ਰਹੇ ਆ। ਸਿੰਗਲ ਸੁਪਰ ਫਾਸਫੇਟ ਦੀ ਗੱਲ ਕਰੀਏ ਤੇ ਇਹਦੇ ਵਿੱਚ 16% ਜਿਹੜਾ ਵਾ ਉਹ ਫਾਸਫੋਰਸ ਤੱਤ ਹੈ, ਤੇ ਜੇ ਆਪਾਂ ਇੱਕ ਬੈਗ DAP ਦੇ ਬਦਲੇ 3 ਬੈਗ ਸਿੰਗਲ ਸੁਪਰ ਫਾਸਫੇਟ ਦੇ ਪਾ ਦਿੰਦੇ ਆ ਤੇ ਸਾਡੀ ਜਿਹੜੀ ਫਾਸਫੋਰਸ ਦੀ ਤੱਤ ਆ ਮਾਤਰਾ ਉਹ ਪੂਰੀ ਹੋ ਜਾਂਦੀ ਆ। ਔਰ ਇਸ ਦੇ ਨਾਲ ਹੀ ਇਹਦੇ ਵਿੱਚ 12% ਸਲਫਰ ਜਿਹੜਾ ਤੱਤ ਹੈ ਉਹ ਮਿਲ ਜਾਂਦਾ, ਗੰਧਕ ਤੱਤ ਮਿਲ ਜਾਂਦਾ ਵਾ। ਔਰ ਜੇ ਇਸ ਤਰ੍ਹਾਂ 3 ਬੈਗ ਦੇ ਨਾਲ ਸਾਨੂੰ ਲਗਭਗ 18 ਕਿਲੋ ਗੰਧਕ ਮਿਲ ਜਾਂਦੀ ਹੈ, ਜਿਹੜਾ ਕਿ ਸਾਨੂੰ ਇੱਕ DAP ਨਾਲੋਂ ਇੱਕ ਵੱਖਰਾ ਫਾਇਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਖਾਦ ਨਵੀਂ ਆਈ ਹੈ, ਟ੍ਰਿਪਲ ਸੁਪਰ ਫਾਸਫੇਟ ਹੈ। ਇਹ ਨਵੀਂ ਖਾਦ ਹੈ, ਕਿਸਾਨ ਵੀਰ ਪਹਿਲੀ ਵਾਰੀ ਵਰਤ ਰਹੇ ਆ ਔਰ ਇਹ ਖਾਦ ਦੇ ਵਿੱਚ 46% ਜਿਹੜਾ ਵਾ ਫਾਸਫੋਰਸ ਹੈ, ਉਨਾ ਹੀ ਫਾਸਫੋਰਸ ਦਾ ਤੱਤ ਹੈ ਜਿੰਨਾ ਕਿ DAP ਦੇ ਵਿੱਚ ਹੈ। ਜੇ ਕਿਸੇ ਕਿਸਾਨ ਵੀਰ ਨੂੰ ਟ੍ਰਿਪਲ ਸੁਪਰ ਫਾਸਫੇਟ ਵਰਤਣੀ ਆ ਤਾਂ ਉਹ ਇੱਕ ਬੈਗ DAP ਦੇ ਬਦਲੇ ਇੱਕ ਬੈਗ ਟ੍ਰਿਪਲ ਸੁਪਰ ਫਾਸਫੇਟ ਵਰਤ ਕੇ ਜਿਹੜੀ ਫਾਸਫੋਰਸ ਤੱਤ ਦੀ ਮਾਤਰਾ ਉਹ ਪੂਰੀ ਕਰ ਸਕਦਾ। ਇਸ ਤੋਂ ਇਲਾਵਾ ਮਾਰਕੀਟ ਦੇ ਵਿੱਚ ਹੋਰ ਵੀ ਫਾਸਫੋਰਸ ਵਾਲੀਆਂ ਖਾਦਾਂ ਪਈਆਂ ਨੇ, ਜਿਵੇਂ ਕਿ ਇੱਕ NPK 10-26-26 ਹੈ। ਜੇ ਕਿਸੇ ਕਿਸਾਨ ਵੀਰ ਕੋਲ NPK 10-26-26 ਮਿਲ ਰਹੀ ਹੈ ਤੇ ਉਹ ਲਗਭਗ 2.25 ਬੈਗ ਜਿਹੜੇ ਹੈ 10-26-26 ਦੇ ਪਾ ਕੇ ਉਹ ਇੱਕ ਬੈਗ DAP ਦੇ ਬਰਾਬਰ ਜਿਹੜੀ ਫਾਸਫੋਰਸ ਤੱਤ ਦੀ ਉਹਦੀ ਪੂਰਤੀ ਕਰ ਸਕਦਾ। ਸੋ ਮੇਰੀ ਅਪੀਲ ਹੈ ਕਿਸਾਨ ਵੀਰਾਂ ਨੂੰ ਕਿ ਚਿੰਤਾ ਨਹੀਂ ਕਰਨੀ, ਆਪਣੇ ਕੋਲ ਵਿਕਲਪ ਬਹੁਤ ਹੈ ਔਰ ਮਾਰਕੀਟ ਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਖਾਦਾਂ ਦੱਸੀਆਂ ਵਿਕਲਪ ਇਹ ਸਾਰੇ ਮਿਲ ਰਹੇ ਆ। ਸੋ ਇਹਨਾਂ ਖਾਦਾਂ ਨੂੰ ਪਾ ਕੇ ਜਿਹੜੀ ਆਪਣੀ ਫਾਸਫੋਰਸ ਤੱਤ ਦੀ ਮਾਤਰਾ ਵਾ ਉਹ ਪੂਰੀ ਕਰ ਸਕਦੇ ਹਾਂ ਔਰ ਕਣਕ ਦੀ ਬਿਜਾਈ ਆਪਾਂ ਸਮੇਂ ਸਿਰ ਕਰ ਸਕਦੇ ਹਾਂ। ਇਸ ਤਰ੍ਹਾਂ ਬਹੁਤ ਸਾਰੇ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਛੱਡ ਕੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਲੱਗੇ ਨੇ, ਜਿਸ ਨਾਲ ਮਨੁੱਖੀ ਸਿਹਤ ਦੇ ਨਾਲ ਹੀ ਜ਼ਮੀਨ ਹੇਠਲੇ ਤੱਤਾਂ ਵਿੱਚ ਵੀ ਸੁਧਾਰ ਆਉਣ ਦੀ ਸੰਭਾਵਨਾ ਹੈ। ਬਹੁਤ ਸਾਰੇ ਕਿਸਾਨ ਪੁਰਾਣੇ ਵੇਲੇ ਵਾਂਗੂ ਮੁੜ ਗੋਬਰ ਖਾਦ, ਕੰਪੋਸਟ ਖਾਦ, ਹਰੀ ਖਾਦ ਅਤੇ ਜੈਵਿਕ ਖਾਦ ਦੀ ਵਰਤੋਂ ਕਰਨ ਲੱਗ ਪਏ ਨੇ। ਕਈ ਨਵੀਆਂ ਤਕਨੀਕਾਂ ਨਾਲ ਵੀ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਹੁਣ ਤਾਂ ਸਰਕਾਰ ਵੱਲੋਂ ਵੀ ਜੈਵਿਕ ਖਾਦਾਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸਰਕਾਰ ਵੱਲੋਂ ਜੈਵਿਕ ਖਾਦਾਂ ਉੱਪਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਅਤੇ ਆਪਣੇ ਖੇਤਾਂ ਵਿੱਚ ਜੈਵਿਕ ਖਾਦ ਤਿਆਰ ਕਰਨ ਲਈ ਮੁਫਤ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਲਈ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਕਰੀਏ। ਸਿਹਤਮੰਦ ਖੇਤੀ ਤੋਂ ਹੀ ਸਿਹਤਮੰਦ ਸਮਾਜ ਦਾ ਨਿਰਮਾਣ ਹੋਵੇਗਾ।